ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ ਅੱਜ ਅਸੀਂ ਤੁਹਾਡੇ ਨਾਲ ਐਸ ਅਸ਼ੋਕ ਭੋਰਾ ਦੁਆਰਾ ਲਿਖੀ ਇੱਕ ਲਿਖਤ ਸਾਂਝੀ ਕਰਨ ਜਾ ਰਹੇ ਹਾਂ। ਅਸ਼ੋਕ ਭੋਰਾ ਇੱਕ ਉੱਘੇ ਲੇਖਕ ਤੇ ਨਿਧੜਕ ਪੱਤਰਕਾਰ ਵੀ ਹਨ। ਭੋਰਾ ਆਪਣੀ ਕਿਤਾਬ ਵਿੱਚ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੋਈ ਮੁਲਾਕਾਤ ਵੀ ਬਿਆਨ ਕਰਦੇ ਹਨ। ਇਸ ਦੇ ਨਾਲ ਨਾਲ ਉਹ ਇਹ ਵੀ ਲਿਖਦੇ ਹਨ ਕਿ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਦੇ ਭੋਗ ਵਾਲੇ ਦਿਨ ਕਿਹੜੇ ਕਲਾਕਾਰ ਪਹੁੰਚੇ ਸੀ ਤੇ ਕਿਹੜੇ ਕਲਾਕਾਰ ਨਹੀਂ ਪਹੁੰਚੇ। ਆਜੋ ਦੋਸਤੋ ਅੱਜ ਉਹੀ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ। ਸਾਰੀ ਗੱਲਬਾਤ ਤੁਹਾਡੇ ਵਾਸਤੇ ਨਵੀਂ ਹੋਊਗੀ, ਅਖੀਰ ਤੱਕ ਸਾਰੀ ਗੱਲਬਾਤ ਸੁਣਨਾ। ਆਜੋ ਸ਼ੁਰੂ ਕਰਦੇ ਹਾਂ। ਮੌਤ ਹਮੇਸ਼ਾ ਹਰ ਇੱਕ ਆਦਮੀ ਦੇ ਸਿਰਹਾਣੇ ਕੋਲ ਬੈਠੀ ਹੁੰਦੀ ਹੈ। ਇਸ ਦੇ ਹਮਲੇ ਤੋਂ ਕੋਈ ਬਚ ਨਹੀਂ ਸਕਦਾ, ਪਰ ਯਾਦ ਅਸੀਂ ਇੱਕੋ ਗੱਲ ਰੱਖਦੇ ਹਾਂ ਕਿ ਹੁਣੀ ਨੇ ਹਮਲਾ ਕਿਹਨਾਂ ਹਾਲਾਤਾਂ ਵਿੱਚ ਕੀਤਾ ਹੈ। ਕੁਫਰ ਦੇ ਕੱਚੇ ਫਲ ਨਿਰੀ ਹੀ ਝਾੜਦੀ ਆਈ ਹੈ। ਅਮਰ ਸਿੰਘ ਚਮਕੀਲਾ ਤੇ ਅਮਰਜੋਤ ਬੇਨਿਆਈ ਬੇਵਕਤ ਤੇ ਬੇਵਜ੍ਹਾ ਤੁਰੇ ਸਨ, ਪਰ ਜਿਹੜੇ ਅਸਾਲਟਾਂ ਨਾਲ ਹੋਣੀ ਨੂੰ ਘੇਰ ਕੇ ਇਹਨਾਂ ਉੱਤੇ ਹੱਲਾ ਬੋਲਣ ਲਈ ਲੈ ਕੇ ਆਏ ਸਨ, ਜਿਸ ਮਿਸ਼ਨ ਤੇ ਮਕਸਦ ਲਈ ਲੈ ਕੇ ਆਏ ਸਨ, ਕੀ ਇਸ ਜੋੜੀ ਨੂੰ ਇੰਨੀ ਬੇਰਹਿਮੀ ਨਾਲ ਮਾਰ ਕੇ ਪੂਰਾ ਹੋ ਸਕਦਾ ਸੀ? ਇਹ ਸਵਾਲ ਜਵਾਬ ਮੰਗਦੇ ਹੀ ਰਹਿਣਗੇ। ਕਹਿਣ ਵਾਲੇ ਫਿਰ ਇਹੀ ਤਰਕ ਦੇਣਗੇ ਕਿ ਉਦੋਂ ਬਥੇਰੇ ਲੋਕ ਗੋਲੀਆਂ ਬੰਬਾਂ ਤੇ ਸੱਚੇ ਝੂਠੇ ਮੁਕਾਬਲਿਆਂ ਵਿੱਚ ਮੌਤ ਦੀ ਬੁੱਕਲ ਵਿੱਚ ਜਾ ਵੜੇ ਸਨ। ਕੀ ਹੋਇਆ ਜੇ ਚਮਕੀਲਾ ਤੇ ਅਮਰਜੋਤ ਰੋੜ ਦਿੱਤੇ ਗਏ? ਅਜਿਹੀਆਂ ਤਰਕਹੀਣ ਦਲੀਲਾਂ ਉੱਠਦੀਆਂ ਰਹੀਆਂ ਹਨ, ਉੱਠਦੀਆਂ ਵੀ ਰਹਿਣਗੀਆਂ। ਕੋਇਲਾਂ ਦਾ ਸ਼ਿਕਾਰ ਕਰਨ ਦੀ ਕਲਪਨਾ ਕਿਸੇ ਯੁੱਗ ਵਿੱਚ ਨਹੀਂ ਕੀਤੀ ਗਈ। ਤਕਰੀਬਨ 1 ਸਾਲ ਦਾ ਸਮਾਂ ਸੰਨ 87 ਤੇ ਅਕਤੂਬਰ ਨਵੰਬਰ ਤੱਕ ਇੱਦਾਂ ਦਾ ਸੀ ਜਦੋਂ ਚਮਕੀਲਾ ਸਮਝਦਾ ਸੀ ਕਿ ਮੌਤ ਰਾਹ ਬਦਲ ਗਈ ਹੈ। ਉਹਦੀਆਂ ਦੋਵੇਂ ਧਾਰਮਿਕ ਰੀਲਾਂ ਨਾਮ ਜਪ ਲੈ ਅਤੇ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਉਹਦੇ ਦੂਜੇ ਗੀਤ ਚੱਲਣ ਦੇ ਰਿਕਾਰਡ ਵੀ ਤੋੜ ਗਈਆਂ ਸੀ। ਕੁਲਦੀਪ ਮਾਣਕ ਦੀ ਮੱਸਾ ਰੰਗੜ ਤੇ ਝੰਡੇ ਖਾਲਸਾ ਰਾਜ ਤੋਂ ਵੀ ਉਹ ਅੱਗੇ ਕਿਤੇ ਨਿਕਲ ਗਿਆ ਸੀ। ਇੱਕਦਮ ਸਤਕਾਰ ਦੇ ਖੇਤਰ ਵਿੱਚ ਦਾਖਲ ਹੋਇਆ ਚਮਕੀਲਾ ਫਿਰ ਵੀ ਕਿਉਂ ਮਾਰਿਆ ਗਿਆ? ਇਸ ਬਾਰੇ ਤਾਂ ਮਾਰਨ ਵਾਲੇ ਨੂੰ ਵੱਧ ਪਤਾ ਹੋਵੇਗਾ, ਜਾਂ ਉਹਨਾਂ ਨੂੰ ਜਿਹੜੇ ਅੱਜ ਵੀ ਇਹ ਦਾਅਵਾ ਕਰਦੇ ਹਨ ਕਿ ਅਸੀਂ ਮਾਰਿਆ, ਫਲਾਣੇ ਸਿੰਘਾਂ ਨੇ ਮਾਰਿਆ। ਪਰ ਇਸ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਇਹ ਕਹਿੰਦਾ ਹੈ ਕਿ ਉਹਨੇ ਵਾਅਦਾ ਤਾਂ ਧਾਰਮਿਕ ਗੀਤ ਗਾਉਣ ਦਾ ਕੀਤਾ ਸੀ, ਪਰ ਸੰਗੀਤ ਦੀ ਇੱਕ ਵੱਡੀ ਰਿਕਾਰਡਿੰਗ ਕੰਪਨੀ ਨੇ ਉਹਦਾ ਇੱਕ LP ਦੂਜੇ ਗੀਤਾਂ ਦਾ ਰਿਲੀਜ਼ ਕਰ ਦਿੱਤਾ। ਕੰਪਨੀ ਨੂੰ ਇਹ ਵਹਿਮ ਸੀ ਕਿ ਉਹਦੀਆਂ ਹੋਰ ਕੰਪਨੀਆਂ ਵੱਲੋਂ ਰਿਲੀਜ਼ ਕੀਤੀਆਂ ਐਲਬਮਾਂ ਨੂੰ ਪੰਜਾਬੀਆਂ ਨੇ ਹੱਥੀਂ ਛਾਵਾਂ ਕੀਤੀਆਂ ਹਨ ਤੇ ਇਹ LP ਹੋਰ ਵੀ ਵੱਧ ਬਿਜ਼ਨਸ ਕਰੇਗੀ, ਜਦੋਂ ਕਿ ਸੱਚ ਇਹ ਸੀ ਕਿ ਪੰਜਾਬੀ 2 ਗਾਣੇ ਉਹਨਾਂ ਹਾਲਾਤਾਂ ਤੋਂ ਪਹਿਲਾਂ ਰਿਕਾਰਡ ਕੀਤੇ ਗਏ ਸੀ ਜਿਨ੍ਹਾਂ ਵਿੱਚ ਉਹਦੇ ਪਹਿਲਾਂ ਜ਼ਿਕਰ ਕੀਤੇ ਮਾਫੀਨਾਮੇ ਦਾ ਸਮਾਂ ਸੀ। ਹੁਣ ਤੱਕ ਉਸ ਕੰਪਨੀ ਨੂੰ ਰੱਜ ਕੇ ਰੈਵਨਿਊ ਦੇਣ ਵਾਲੇ ਚਮਕੀਲੇ ਦੀ ਜ਼ਿੰਦਗੀ ਦਾ ਪੂਰਾ ਖਿਆਲ ਨਹੀਂ ਸੀ ਰੱਖਿਆ ਗਿਆ। ਇਸ LP ਨੇ ਚੰਦ ਇਹ ਚੜ੍ਹਾਇਆ ਕਿ ਤਸਵੀਰ ਦਾ ਪੁੱਠਾ ਪਾਸਾ ਫਿਰ ਸਿੱਧਾ ਹੋ ਗਿਆ। 22 ਨਵੰਬਰ 1987 ਵਾਲੇ ਦਿਨ ਉਹਦਾ ਗੜ੍ਹਸ਼ੰਕਰ ਲਾਗਲੇ ਪਿੰਡ ਵਿੱਚ ਪ੍ਰੋਗਰਾਮ ਸੀ। ਉਹ ਮੈਨੂੰ ਗੜ੍ਹਸ਼ੰਕਰ ਮਿਲਿਆ। ਉਹਦੀ ਆਪਣੀ ਜਵਾਨੀ ਇਹ ਖੁਲਾਸਾ ਸੀ ਕਿ ਖਾੜਕੂ ਸਫਾਂ ਵਿੱਚ ਫਿਰ ਉਹਦੇ ਖਿਲਾਫ ਅੱਗ ਦੀ ਨਾਲ ਵਰਗਾ ਗੁੱਸਾ ਸੁਲਗਣ ਲੱਗਾ ਹੈ, ਇਸ ਕਰਕੇ ਕਿ ਉਹ ਸੋਚਦੇ ਹਨ ਕਿ ਇਹਨਾਂ ਸਾਡੀ ਪਰਵਾਹ ਨਹੀਂ ਕੀਤੀ, ਪਰ ਮੇਰਾ ਕੋਈ ਕਸੂਰ ਨਹੀਂ। ਉਹਨੇ ਕੰਪਨੀ ਕੋਲ ਹੱਥੀਂ ਤੇ ਕਾਨੂੰਨੀ ਚਾਰਾਜੋਈ ਕੀਤੀ, ਪਰ ਉਹਦੀ ਸੁਣੀ ਨਹੀਂ ਗਈ ਕਿ ਇਹ ਰਿਕਾਰਡਿੰਗ ਪਹਿਲਾਂ ਦੀ ਹੈ। ਮੈਂ ਉਹਨੂੰ ਦਲੀਲ ਦਿੱਤੀ ਕਿ ਉਸੇ ਬਠਿੰਡੇ ਵਾਲੇ ਸਿੰਘ ਨੂੰ ਨਾਲ ਲੈ ਕੇ ਫਿਰ ਉਹਨਾਂ ਅੱਗੇ ਹੱਥ ਜੋੜ ਲੈਂਦੇ ਹਾਂ। ਉਦਣ ਉਹਨੇ ਦੱਸਿਆ ਕਿ ਜੇ ਉਹ ਹੁੰਦਾ ਤਾਂ ਫਿਰ ਗੱਲ ਕਿਹੜੀ ਸੀ, ਉਹ ਪੁਲਿਸ ਮੁਕਾਬਲੇ ਵਿੱਚ ਮਾਰਿਆ ਜਾ ਚੁੱਕਾ ਸੀ। ਵਕਤ ਨੇ ਅਜਿਹੀ ਦੀਵਾਰ ਖੜੀ ਕਰ ਦਿੱਤੀ ਸੀ ਕਿ ਉਹਦੇ ਲਈ ਸਾਰੇ ਰਾਹ ਕਰੀਬ ਬੰਦ ਹੋ ਗਏ ਸੀ। ਉਸੇ ਦਿਨ ਉਹਨੇ ਇਹ ਵੀ ਦੱਸਿਆ ਕਿ ਮੈਂ ਪ੍ਰੋਗਰਾਮ ਜਿਹੜੇ ਪਹਿਲਾਂ ਬੁੱਕ ਹਨ ਉਹੀ ਕਰ ਰਿਹਾ ਹਾਂ, ਅੱਗਿਓਂ ਬੰਦ ਕਰ ਦਿੱਤੇ ਸਨ, ਜਦੋਂ ਕਿ ਉਹਨਾਂ ਦਿਨਾਂ ਵਿੱਚ ਸਮਾਂ ਅਣਸੁਖਾਵਾਂ ਹੋਣ ਦੇ ਬਾਵਜੂਦ ਉਹਦੇ ਕੋਲ ਅਗਲੇ 6 ਮਹੀਨਿਆਂ ਤੱਕ ਵਾਰ ਫੇਰ ਨਹੀਂ ਸੀ। ਗੜ੍ਹਸ਼ੰਕਰ ਨੇੜਲੇ ਪਿੰਡ ਬਗਵਾਈ ਲਾਗੇ ਨਹਿਰ ਕਿਨਾਰੇ ਗੱਡੀ ਵਿੱਚ ਹੀ ਇਹ ਸਾਡੀ ਲੰਬੀ ਮੁਲਾਕਾਤ ਹੋਈ ਸੀ। ਉਸੇ ਵਰ੍ਹੇ ਦੇ ਦਸੰਬਰ ਜਨਵਰੀ ਮਹੀਨੇ ਲਈ ਮੈਂ ਵਿਦੇਸ਼ ਚਲਾ ਗਿਆ। ਆ ਕੇ ਮਹੀਨਾ ਮੁਲਾਕਾਤ ਨਾ ਹੋਈ। ਮੈਂ ਉਹਨੂੰ ਅਮਰਜੋਤ ਦੇ ਪੇਟੋਂ ਜਨਮੇ ਦੂਜੇ ਪੁੱਤਰ ਦੀ ਵਧਾਈ, ਜਿਸ ਦੀ ਮੌਤ ਵੀ ਉਹਨਾਂ ਦੇ ਮਰਨ ਉਪਰੰਤ ਹੋ ਗਈ ਸੀ, ਵੀ ਨਹੀਂ ਦੇ ਸਕਿਆ। ਇਹ ਸਮਾਂ ਇੰਨਾ ਮਨਹੂਸ ਸੀ
ਕਿ ਉਦੋਂ ਕਿਸੇ ਸਰਕਾਰ ਜਾਂ ਪ੍ਰਸ਼ਾਸਨ ਦਾ ਰਾਜ ਨਹੀਂ ਸੀ, ਸਗੋਂ ਚਾਰੇ ਪਾਸੇ ਮੌਤ ਹੀ ਹਰਲ ਹਰਲ ਕਰਦੀ ਫਿਰਦੀ ਸੀ। ਉਹਦਾ ਇੱਕ ਨਜ਼ਦੀਕੀ ਵਿਆਹ ਤੇ ਪ੍ਰੋਗਰਾਮ ਸੀ। ਸਾਡੇ ਪਿੰਡੋਂ ਮਸਾਂ 3 ਕੁ ਮੀਲ ਤੇ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਵਾਲੀ। ਮੈਨੂੰ ਪਤਾ ਸੀ, ਇਸੇ ਲਈ ਸਕੂਲੋਂ ਛੇਤੀ ਪੜ੍ਹਾ ਕੇ ਮੈਂ ਘਰ ਪਰਤਣ ਦਾ ਪ੍ਰੋਗਰਾਮ ਬਣਾ ਲਿਆ ਸੀ। ਸਫ਼ਰ ਖ਼ਤਮ ਕਰਕੇ ਮੈਂ ਦੇਰੀ ਨਾਲ ਘਰ ਪਹੁੰਚਿਆ ਤੇ ਮੈਨੂੰ ਪਤਾ ਲੱਗਾ ਕਿ ਉਹ ਘਰੋਂ ਹੋ ਕੇ ਇਹ ਕਹਿ ਕੇ ਚਲਾ ਗਿਆ ਕਿ ਪ੍ਰੋਗਰਾਮ 'ਤੇ ਮੈਂ ਪਹੁੰਚ ਜਾਵਾਂ। 4 ਕੁ ਵਜੇ ਮੈਂ ਵਿਆਹ ਦੇ ਉਸ ਪ੍ਰੋਗਰਾਮ 'ਤੇ ਪੁੱਜ ਗਿਆ। ਅੱਧਾ ਕੁ ਸਮਾਂ ਹੋ ਗਿਆ ਸੀ। ਇਲਾਕਾ ਭਾਵੇਂ ਮੇਰਾ ਸੀ, ਸਾਰੇ ਮੈਨੂੰ ਜਾਣਦੇ ਸੀ, ਪਰ ਚਮਕੀਲੇ ਨੇ ਜੋ ਮੇਰੀ ਵਡਿਆਈ ਕੀਤੀ ਉਹਦਾ ਜ਼ਿਕਰ ਕਰਨ ਲਈ ਮੇਰੇ ਕੋਲ ਜਿਵੇਂ ਸ਼ਬਦ ਹੀ ਗਿੱਠ ਮੁਠੀਏ ਹੋਣ। ਉੱਥੋਂ ਸਕੂਟਰ ਮੇਰਾ ਉਹਨੇ ਆਪਣੇ ਇੱਕ ਸਜਿੰਦੇ ਹੱਥ ਫੜਾ ਦਿੱਤਾ ਤੇ ਮੈਂ ਉਹਨਾਂ ਦੀ ਗੱਡੀ ਵਿੱਚ ਬਹਿ ਗਿਆ। ਰਾਹ ਵਿੱਚ ਆਉਂਦੇ ਮਹਿਲ ਗਹਿਲਾਂ ਪਿੰਡ ਦੇ ਠੇਕੇ ਤੋਂ ਮੈਂ ਬੋਤਲ ਤੇ ਦਰਜਨ ਉਬਾਲੇ ਆਂਡੇ ਚਮਕੀਲੇ ਦੇ ਮਨ੍ਹਾ ਕਰਦਿਆਂ ਵੀ ਖਰੀਦ ਲਏ। ਉਸ ਦਿਨ ਉਹਨਾਂ ਦੇ ਨਾਲ ਢੋਲਕ ਮਾਸਟਰ ਲਾਲ ਚੰਦ ਸਤਨੌਰ ਅਤੇ ਕਮੇਡੀਅਨ ਮਣਕੂ ਵੀ ਸੀ। ਘਰੇ ਪਹੁੰਚੇ, ਮੇਰੀ ਮਾਂ ਤੇ ਭਤੀਜੀ ਹੀ ਸਨ। ਘਰੇ ਡਰਾਈਵਰ ਤੇ ਅਮਰਜੋਤ ਨੇ ਚਾਹ ਪੀਤੀ ਤੇ ਬਾਕੀਆਂ ਨੇ 13ਵਾਂ ਰਤਨ ਛਕਿਆ। ਮੈਨੂੰ ਇਹ ਵੀ ਯਾਦ ਹੈ ਕਿ ਮਾਹਾਂ ਦੀ ਦਾਲ ਤੇ ਗੋਭੀ ਦੀ ਸਬਜ਼ੀ ਨਾਲ ਉਹਨਾਂ ਨੂੰ ਰੋਟੀ ਖਵਾਈ। ਹਨੇਰਾ ਕਾਫੀ ਹੋ ਗਿਆ ਸੀ। ਤੁਰਨ ਲੱਗਿਆ ਦੋਹਾਂ ਨੇ ਕਿਹਾ ਕਿ ਅਸੀਂ ਪਾਸੇ ਹੋ ਕੇ ਇੱਕ ਗੱਲ ਤੁਹਾਡੇ ਨਾਲ ਕਰਨੀ ਹੈ ਤੇ ਅਸੀਂ ਅਲੱਗ ਕਮਰੇ ਵਿੱਚ ਚਲੇ ਗਏ। 1 ਮਿੰਟ ਦੀ ਚੁੱਪ ਤੋਂ ਪਿੱਛੇ ਚਮਕੀਲੇ ਤੋਂ ਪਹਿਲਾਂ ਅਮਰਜੋਤ ਨੇ ਭੁੱਬ ਮਾਰ ਕੇ ਕਿਹਾ, ਭੌਰੇ ਭਾਜੀ ਕੋਈ ਰਾਹ ਹੈ ਤੁਹਾਡੇ ਕੋਲ? ਮੈਂ ਕਿਹਾ, ਕਿਹੜਾ? ਮੌਤ ਸਾਡੇ ਨਾਲ ਤੁਰੀ ਫਿਰ ਰਹੀ ਹੈ। ਤੇ ਚਮਕੀਲੇ ਨੇ 2 ਦਿਨ ਪਹਿਲਾਂ ਆਈ ਚਿੱਠੀ ਪੈਂਟ ਦੀ ਜੇਬ ਵਿੱਚੋਂ ਕੱਢ ਕੇ ਮੇਰੇ ਅੱਗੇ ਰੱਖ ਦਿੱਤੀ। ਲਓ ਪੜ੍ਹ ਲਓ। ਚਿੱਠੀ ਦੀ ਵਾਰਤਾ ਤਾਂ ਲੰਬੀ ਸੀ, ਪਰ ਉਹਦੀ ਇੱਕ ਸਤਰ ਮੈਨੂੰ ਹਾਲੇ ਤੀਕਰ ਚੇਤੇ ਹੈ। ਲਿਖਿਆ ਸੀ, ਅਸੀਂ 2 ਵਾਰ ਉੱਕ ਚੁੱਕੇ ਹਾਂ ਤੇ ਹੁਣ ਅਗਲਾ ਵਾਰ ਸਿੰਘਾਂ ਦਾ ਖਾਲੀ ਨਹੀਂ ਜਾਵੇਗਾ। ਜਿੱਥੇ ਲੁਕਣਾ ਹੈ ਲੁਕ ਲੈ, ਬਰਸਟ ਮਾਰ ਕੇ ਛਲਣੀ ਕਰ ਦਿਆਂਗੇ ਸਭ ਕੁਝ। ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਅੱਧੀ ਰਾਤ ਹੋਣ ਵਾਲੀ ਸੀ। ਮੈਨੂੰ ਡਰ ਸੀ ਰਾਹ ਵਿੱਚ ਹੀ ਨਾ ਕੁਝ ਹੋ ਜਾਵੇ। ਮੈਂ ਸਿਰਫ ਦਿਲਾਸਾ ਹੀ ਦਿੱਤਾ ਕਿ ਚਲੋ ਕਰਦੇ ਹਾਂ ਕੁਛ। ਮੈਂ ਤੇ ਮੇਰੀ ਮਾਂ ਨੇ ਉਸ ਰਾਤ ਬਹੁਤ ਰੋਕਿਆ ਕਿ ਉਹ ਹੁਣ ਨਾ ਜਾਣ। ਹਾਲਾਤ ਠੀਕ ਨਹੀਂ ਤੇ ਉਹਨਾਂ ਲਈ ਤਾਂ ਬਿਲਕੁਲ ਹੀ ਨਹੀਂ, ਪਰ ਉਹ ਉਧਰੇ ਹੋਏ ਇਹ ਕਹਿ ਕੇ ਗੱਡੀ ਵਿੱਚ ਬਹਿ ਗਏ, ਰਹਿ ਤਾਂ ਲੈਣਾ ਸੀ ਪਰ ਭਲਕੇ ਮਹਿਸਮ ਪ੍ਰੋਗਰਾਮ ਹੈ। ਤੇ ਜਿਉਂਦੇ ਚਮਕੀਲੇ ਤੇ ਅਮਰਜੋਤ ਦਾ ਚਿਹਰਾ ਆਖਰੀ ਵਾਰ ਮੇਰੀਆਂ ਅੱਖਾਂ ਸਾਹਮਣਿਓਂ ਹਨੇਰੇ 'ਚ ਗੁੰਮ ਹੋ ਗਿਆ। ਅਗਲੇ ਦਿਨ 8 ਮਾਰਚ 1988 ਨੂੰ ਸਕੂਲ ਤੋਂ ਮੈਂ ਛੁੱਟੀ 'ਤੇ ਸਾਂ, ਇਸ ਕਰਕੇ ਕਿ ਪਿੰਡ ਨਗਰ ਕੀਰਤਨ ਸੀ। ਕਰੀਬ ਸਾਰਾ ਦਿਨ ਮੈਂ ਉੱਧਰ ਰਿਹਾ। ਸੂਰਜ ਮਿਟਦੇ ਸਾਰ ਸਾਡੇ ਗੁਆਂਢੀਆਂ ਦਾ ਮੁੰਡਾ ਆ ਕੇ ਕਹਿਣ ਲੱਗਾ, ਤਾਈ ਨੇ ਹੁਣੇ ਘਰੇ ਬੁਲਾਇਆ ਹੈ। ਪਲ 2 ਪਲ ਵਿੱਚ ਮੈਂ ਘਰੇ ਪਹੁੰਚ ਗਿਆ ਹੋਵਾਂਗਾ। ਮਾਂ ਰੋ ਰਹੀ ਸੀ, ਆਂਦੀ ਪੁੱਤ ਚਮਕੀਲਾ ਤੇ ਅਮਰਜੋਤ ਮਾਰਤੇ। ਘਾਬਰੇ ਨੇ ਮੈਂ ਪੁੱਛਿਆ, ਤੈਨੂੰ ਕਿਹਨੇ ਦੱਸਿਆ? ਹੁਣੇ ਜਲੰਧਰੋਂ ਟੈਲੀਵਿਜ਼ਨ ਤੋਂ ਖਬਰਾਂ 'ਚ ਦੇਖ ਲਿਆ ਸਭ ਕੁਝ। ਮੇਰੀ ਜਿਵੇਂ ਜਾਨ ਨਿਕਲ ਗਈ ਹੋਵੇ, ਜਿਵੇਂ ਸਾਹ ਬਘਿਆੜ ਦੇ ਅੜਿੱਕੇ ਆ ਗਿਆ ਹੋਵੇ। ਉਹੀ ਕੁਝ ਹੋ ਤਾਂ ਗਿਆ ਜਿਹਦਾ ਡਰ ਸੀ, ਪਰ ਕੁਝ ਘੰਟਿਆਂ 'ਚ ਹੀ ਹੋ ਜਾਵੇਗਾ ਇਹ ਚਿੱਤ ਚੇਤੇ ਵੀ ਨਹੀਂ ਸੀ। ਖਬਰ ਆ ਗਈ ਸੀ, ਦੋਹਾਂ ਦੇ ਸੱਚੀ ਹੀ ਬਰਸਟ ਮਾਰੇ ਗਏ ਸੀ ਤੇ 2 ਹੋਰ ਹਰਜੀਤ ਗਿੱਲ ਤੇ ਗੁਰਦੇਵ ਦੇਬੂ ਵੀ ਮਾਰੇ ਗਏ ਸੀ। ਚਮਕੀਲਾ ਨਾ ਮੇਰਾ ਰਿਸ਼ਤੇਦਾਰ ਸੀ, ਨਾ ਮੇਰੇ ਪਿੰਡੋਂ, ਪਰ ਇੱਕ ਦੋਸਤੀ ਤੇ ਉਹਦਾ ਬੀਬਾਪਣ। ਮੌਤ ਦਾ ਸਹਿਮ ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ। ਸੱਚ ਇਹ ਵੀ ਸੀ ਕਿ ਉਸ ਰਾਤ ਕੁਝ ਖਾਣਾ ਤਾਂ ਕੀ ਸੀ, ਚੁੱਲ੍ਹਾ ਵੀ ਨਹੀਂ ਤਪਿਆ। ਮੇਰੀ ਮਾਂ ਮੈਨੂੰ ਸਾਰੀ ਰਾਤ ਇੱਕੋ ਗੱਲ ਕਹਿੰਦੀ ਰਹੀ, ਚਮਕੀਲਾ ਹੁਣ ਤੇਰੇ ਵਿਆਹ 'ਤੇ ਨਹੀਂ ਗਾਏਗਾ, ਪਰ ਹੁਣ ਮੇਰੀ ਮਿੰਨਤ ਮੰਨ, ਛੱਡ ਦੇ ਇਹ ਅਖਬਾਰਾਂ ਵਿੱਚ ਲਿਖਣਾ। ਪਿਓ ਤੁਹਾਡਾ ਨਿੱਕੇ ਹੁੰਦਿਆਂ ਦਾ ਮਰ ਗਿਆ ਸੀ, ਮੈਨੂੰ ਪਤਾ ਵੀ ਕਿਵੇਂ ਪਾਲਿਆ। ਰਾਤੀ ਚਮਕੀਲੇ ਨੂੰ ਪਤਾ ਸੀ ਕਿ ਮੈਂ ਕੱਲ੍ਹ ਤੱਕ ਨਹੀਂ ਰਹਿਣਾ। ਸਵੇਰੇ ਮੈਂ ਸਵਖਤੇ ਜਮਾਲਪੁਰ ਪੁੱਜ ਗਿਆ ਸੀ, ਉਸੇ ਘਰ ਵਿੱਚ ਜਿੱਥੇ ਉਹਨੇ ਮੇਰੇ ਨਾਲ ਬਰੰਗ ਖਤਾਂ ਦੀ ਦਰਦਨਾਕ ਕਹਾਣੀ ਸਾਂਝੀ ਕੀਤੀ ਸੀ। ਉਹੀ ਘਰ ਜਿੱਥੇ ਜਿਸ ਅਮਰਜੋਤ ਦੀ ਪੱਕੀਆਂ ਖਾਧੀਆਂ ਉਹ ਲੋਥ ਬਣ ਕੇ ਪਈ ਸੀ। ਬੋਰੀਆਂ ਸੀਣ ਵਾਲੇ ਸੇਬੇ ਨਾਲ ਪੋਸਟਮਾਰਟਮ ਤੋਂ ਬਾਅਦ ਚੋਹਾਂ ਦੀਆਂ ਲਾਸ਼ਾਂ ਫਰਸ਼ 'ਤੇ ਪਈਆਂ ਸੀ। ਮੈਂ ਹੋਰਨਾਂ ਨਾਲ ਰੱਜ ਕੇ ਰੋਇਆ। ਫਿਰ ਸੰਧੀਲਾ ਆ ਗਿਆ। ਦੇਬੂ ਦੀ ਲਾਸ਼ ਉਹਦੇ ਵਾਰਸ ਲੈ ਗਏ। 3 ਲਾਸ਼ਾਂ ਚਮਕੀਲੇ ਦੇ ਪਿੰਡ ਦੁੱਗਰੀ ਲਿਆਂਦੀਆਂ ਗਈਆਂ। ਹਰਜੀਤ ਗਿੱਲ ਲੰਬਾ ਸਮਾਂ ਜਗਮੋਹਨ ਕੌਰ ਨਾਲ ਰਿਹਾ। ਛਿੰਦੇ ਤੇ ਜਿਉਣੇ ਮੋੜ ਵਿੱਚ ਚਤਰੇ ਦੇ ਡਾਇਲੋਗ ਬੋਲੇ।
ਅਮਰ ਨੂਰੀ ਲਈ ਭਾਬੀ ਮੇਰੀ ਗੁੱਤ ਕਰਦੇ ਗੀਤ ਲਿਖਿਆ। ਕਦੇ ਕਦੇ ਚਮਕੀਲੇ ਨਾਲ ਚਲਾ ਜਾਂਦਾ ਸੀ। ਉਸ ਦੀ ਚਿਤਾ ਵੀ ਚਿਣ ਦਿੱਤੀ ਗਈ। ਉਹਦਾ ਪਿੰਡ ਮੇਰੇ ਸਹੁਰੇ ਪਿੰਡ ਮੈਸਮਪੁਰ ਦੇ ਨਾਲ ਚੇਲਾ ਪਿੰਡ ਸੀ। ਦੁਪਹਿਰ ਕਿਤੇ ਉਹਦੇ ਦੇਸੀ ਜੱਟ ਭਰਾ ਨੂੰ ਕਿਸੇ ਅਖਬਾਰ ਪੜ੍ਹ ਕੇ ਦੱਸਿਆ ਹਰਜੀਤ ਦੀ ਮੌਤ ਬਾਰੇ। ਉਹ ਲੰਬੂ ਲਾਉਣ ਤੋਂ ਪਹਿਲਾਂ ਤਾਹਾਂ ਮਾਰਦਾ ਹੋਇਆ ਦੁੱਗਰੀ ਪਹੁੰਚਿਆ। ਉਸ ਤੋਂ ਬਾਅਦ ਉਹ ਹਰਜੀਤ ਗਿੱਲ ਦੀ ਲਾਸ਼ ਲੈ ਕੇ ਆਪਣੇ ਪਿੰਡ ਚੇਲੇ ਵੱਲ ਤੁਰ ਪਿਆ। ਦੁੱਗਰੀ ਦੇ ਸ਼ਮਸ਼ਾਨ ਘਾਟ ਦਾ ਦ੍ਰਿਸ਼ ਬੜਾ ਕਰੁਣਾਮਈ ਸੀ। ਹਰ ਅੱਖ ਰੋ ਹੀ ਨਹੀਂ ਰਹੀ ਸੀ, ਸਰਾਪ ਵਾਂਗ ਸਿਆਪਾ ਵੀ ਕਰ ਰਹੀ ਸੀ ਕਿ ਕੀ ਮਿਲੇਗਾ ਤੁਹਾਨੂੰ ਚਮਕੀਲਾ ਮਾਰ ਕੇ। ਹਾਏ ਵੇ ਬੇਰਹਿਮੀਓ, ਇੱਦਾਂ ਲੱਗਦਾ ਸੀ ਜਿਵੇਂ ਸੂਰਜ ਦੇ ਕੁਦਰਤ ਵੀ ਸਹਿਮ ਗਏ ਹੋਣ। ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰ ਰਿਹਾ। ਮਾਣਕ ਨਾਲ ਜਾਂਦੇ ਜਾਂਦੇ ਨੂੰ ਮੈਨੂੰ ਖਿੱਚ ਕੇ ਜਗਦੇਵ ਸਿੰਘ ਜੱਸੋਵਾਲ ਨੇ ਆਪਣੀ ਕਾਰ ਵਿੱਚ ਇਹ ਕਹਿ ਕੇ ਬਿਠਾ ਲਿਆ ਕਿ ਕੋਈ ਜ਼ਰੂਰੀ ਗੱਲ ਕਰਨੀ ਹੈ। ਲੁਧਿਆਣੇ ਉਹਦੇ ਘਰ ਦਰਵਾਜ਼ੇ 'ਤੇ ਦਸਤਕ ਹੀ ਦਿੱਤੀ ਸੀ ਕਿ ਉਹ ਕਹਿਣ ਲੱਗੇ, ਅਸ਼ੋਕ ਇੱਦਾਂ ਹੀ ਕਾਰ ਲੈ ਜਾ ਜਲੰਧਰ ਨੂੰ। ਅਜੀਤ ਵਿੱਚ ਲਿਖ ਕੇ ਕੁਝ ਲਾ ਦੇ 4 ਸ਼ਬਦ, ਜਾ ਚਲਾ ਜਾ। ਆ ਲੈ 100 ਦਾ ਨੋਟ, ਰਾਹ ਵਿੱਚ ਬਣਾ ਕੇ ਚਾਹ ਪੀ ਲਈ ਤੇ ਬਾਕੀ ਤੇਲ ਪਵਾ ਲਈ। ਖਾਣਾ ਤੇਰੇ ਆਏ ਤੇ ਇਕੱਠੇ ਖਾਵਾਂਗੇ। ਤੇ ਦੁੱਖ ਦੀ ਪੰਡ ਲੈ ਕੇ ਮੈਂ ਰਾਤ 8 ਵਜੇ ਅਜੀਤ ਦੇ ਦਫ਼ਤਰ ਜਲੰਧਰ ਪੁੱਜ ਗਿਆ। ਉੱਥੇ ਟੇਬਲ 'ਤੇ ਬਹਿ ਕੇ ਲੇਖ ਲਿਖਿਆ, ਚਮਕੀਲੇ ਦੇ ਕਤਲ ਨਾਲ ਪੰਜਾਬੀ ਗਾਇਕੀ ਨੂੰ ਢਾਹ। ਅਜੀਤ ਦੇ ਤਤਕਾਲੀਨ ਸਮਾਚਾਰ ਸੰਪਾਦਕ ਰਜਿੰਦਰ ਰਾਜਨ ਤੇ ਦਰਸ਼ਨ ਮੱਕੜ ਨੇ ਹਾਲਾਂਕਿ ਮੈਨੂੰ ਅਜਿਹਾ ਕਰਨ ਤੋਂ ਵਰਜਿਆ, ਪਰ ਮੈਂ ਫੇਰ ਵੀ ਇਹ ਲੇਖ 10 ਮਾਰਚ 1988 ਦੇ ਅੰਕ ਵਿੱਚ ਸਮਾਚਾਰ ਪੰਨੇ 'ਤੇ ਛਪਾ ਦਿੱਤਾ। ਬਸ ਫੇਰ ਕੀ ਸੀ, ਧਮਕੀਆਂ ਨਿਆਣੀ ਉਮਰੇ ਮੇਰੇ ਪੱਲੇ ਪੈ ਗਈਆਂ। ਜਿੱਦਣ ਦੁੱਗਰੀ ਵਿੱਚ ਇਸ ਜੋੜੀ ਦਾ ਭੋਗ ਸੀ, ਦਿਲਸ਼ਾਦ ਅਖਤਰ ਸਮੇਤ ਹਰ ਕੋਈ ਗਾਇਕ, ਗੀਤਕਾਰ, ਸਾਜੀ ਪੁੱਜਿਆ। ਦਿੱਲੀਓਂ ਸੰਗੀਤ ਸਮਰਾਟ ਚਰਨਜੀਤ ਅਹੂਜਾ ਵੀ, ਤੇ ਜੇ ਨਾ ਪਹੁੰਚਿਆ ਤਾਂ ਉਹ ਸੀ ਪੰਜਾਬੀਆਂ ਦਾ ਹਰਮਨ ਪਿਆਰਾ ਕਿਹਾ ਜਾਣ ਵਾਲਾ ਗੁਰਦਾਸ ਮਾਨ। ਬੜੀਆਂ ਪ੍ਰਭਾਵਸ਼ਾਲੀ, ਦਰਦਮਈ ਤੇ ਮੌਤ ਦੀਆਂ ਚੀਸਾਂ ਦੇਣ ਵਾਲੀਆਂ ਤਕਰੀਰਾਂ ਹੋਈਆਂ ਉਸ ਵਕਤ। ਲੁਧਿਆਣੇ ਦੇ ਡਿਪਟੀ ਕਮਿਸ਼ਨਰ ਸਵਿੰਦਰ ਸਿੰਘ ਬਰਾੜ ਸਨ। ਉਹਨਾਂ ਪਰਿਵਾਰ ਨੂੰ ਸਰਕਾਰੀ ਗ੍ਰਾਂਟ ਦੇ ਐਲਾਨੇ ਕੀਤੇ। ਰੋਂਦੀਆਂ ਅੱਖਾਂ ਤੇ ਬਿਲਕਦੇ ਹੌਕਿਆਂ ਨਾਲ ਮੈਂ ਵੀ ਬੋਲਿਆ। ਜਗਦੇਵ ਸਿੰਘ ਜੱਸੋਵਾਲ ਜਦੋਂ ਸਭ ਤੋਂ ਅਖੀਰ ਵਿੱਚ ਬੋਲੇ ਤਾਂ ਇੰਨਾ ਭਾਵੁਕ ਹੋ ਗਏ, ਉਹਨਾਂ ਆਪਣਾ ਰੋਣਾ ਤਾਂ ਥੰਮ ਲਿਆ ਪਰ ਪੰਡਾਲ ਵਿੱਚ ਹਰ ਅੱਖ ਸਿੱਲੀ ਕਰ ਦਿੱਤੀ। ਆਪਣੇ ਸ਼ਰਧਾਂਜਲੀ ਭਾਸ਼ਣ ਵਿੱਚ ਉਹਨਾਂ ਨੇ ਆਖਰੀ ਗੱਲ ਬੜੀ ਚੀਖ ਕੇ ਕਹੀ, ਚਮਕੀਲੇ ਤੇ ਅਮਰਜੋਤ ਨੂੰ ਮਾਰਨ ਵਾਲਿਓ, ਜੇ ਸੁਣਦੇ ਹੋ ਤਾਂ ਮੇਰੀ ਇਹ ਗੱਲ ਵੀ ਸੁਣ ਲਓ। ਜੇ ਕਲਾਕਾਰਾਂ ਨੂੰ ਮਾਰ ਕੇ, ਚਿੜੀਆਂ ਨੂੰ ਅਸਾਲਟਾਂ ਨਾਲ ਬੰਨ੍ਹ ਕੇ ਖਾਲਿਸਤਾਨ ਬਣਾ ਸਕਦੇ ਹੋ ਤਾਂ ਮੈਂ ਇਹਨਾਂ ਦਾ ਪਿਓ ਹਾਂ। ਮੇਰੇ ਵੀ ਗੋਲੀਆਂ ਮਾਰ ਦਿਓ, ਸ਼ਾਇਦ ਤੁਹਾਡਾ ਸੁਪਨਾ ਪੂਰਾ ਹੋ ਜਾਵੇ। ਉਸ ਰਾਤ ਜੱਸੋਵਾਲ ਨੇ ਮੈਨੂੰ ਫਿਰ ਨਾ ਜਾਣ ਦਿੱਤਾ। ਦੇਰ ਰਾਤ ਤੱਕ ਗੁਰਭਜਨ ਗਿੱਲ ਤੇ ਪ੍ਰਗਟ ਗਰੇਵਾਲ ਵੀ ਸਾਡੇ ਕੋਲ ਉਹਦੇ ਘਰੇ ਹੀ ਬੈਠੇ ਰਹੇ। ਅਸੀਂ ਦੋਹਾਂ ਨੇ ਜਿਵੇਂ ਗਮ ਵਿੱਚ ਰੱਜ ਕੇ ਪੀ ਲਈ ਹੋਵੇ। ਰਾਤ ਦੇ 1 ਵਜੇ ਕਰੀਬ ਅਸੀਂ ਸੁੱਤੇ ਹੋਵਾਂਗੇ ਕਿ 5 ਵਜੇ ਜੱਸੋਵਾਲ ਜੀ ਨੇ ਫਿਰ ਮੇਰਾ ਬੂਹਾ ਖੜਕਾਇਆ, ਅਸ਼ੋਕ ਉੱਠ ਕੇ ਨਹਾ ਲਾ। ਮੈਂ ਕਿਹਾ ਜੀ ਹਾਲੇ ਤਾਂ 5 ਵੱਜਣ ਵਿੱਚ ਵੀ 10 ਮਿੰਟ ਰਹਿੰਦੇ ਹਨ, ਤੂੰ ਗੋਲੀ ਮਾਰ ਮਿੰਟਾਂ ਮੁੰਟਾਂ ਨੂੰ। ਮੇਰੀ ਤਾਂ ਬਿੰਦ ਭਰ ਵੀ ਅੱਖ ਨਹੀਂ ਲੱਗੀ। ਕੁਛ ਹੋਰ ਹੋ ਗਿਆ? ਹਾਲੇ ਅੱਖ ਲੱਗਣ ਹੀ ਲੱਗੀ ਸੀ ਕਿ ਫੋਨ ਦੀ ਘੰਟੀ ਵੱਜਣ ਲੱਗ ਪਈ। ਫੋਨ ਘਰ ਵਾਲੀ ਪਾਸੇ ਪਿਆ ਸੀ। ਮੈਂ ਉਹਨਾਂ ਬਥੇਰੇ ਕਿਹਾ ਕਿ ਨਾ ਚੁੱਕ ਅੱਧੀ ਰਾਤ ਨੂੰ, ਪਰ ਉਹਨੇ ਚੋਗਾ ਕੰਨਾਂ ਨੂੰ ਲਾ ਲਿਆ। ਕਿਹਦਾ ਫੋਨ ਸੀ? ਕੋਈ ਖਾੜਕੂ ਦੱਸਦਾ ਸੀ ਆਪਣੇ ਆਪ ਨੂੰ। ਕਹਿੰਦਾ ਜੱਸੋਵਾਲ ਚਮਕੀਲੇ ਦੇ ਭੋਗ 'ਤੇ ਸਾਡੇ ਖਿਲਾਫ ਬੋਲ ਕੇ ਆਇਆ, ਉਹਦੇ ਮਾਰਨੀਆਂ ਗੋਲੀਆਂ। ਅੱਗਿਓਂ ਉਹ ਟੁੱਟ ਕੇ ਪੈ ਗਈ। ਆਂਦੀ ਪਟਿਆ ਸੂਰਮਿਆਂ, ਆ ਜਾ ਫਿਰ ਗੇਟ 'ਤੇ। ਮੈਂ ਵੀ ਜੱਟ ਦੀ ਧੀ ਨਹੀਂ ਜੇ ਮਰਦ ਬਣ ਕੇ ਨਾ ਟੱਕਰਾਂ। ਬਸ ਫਿਰ ਨੀਂਦ ਕੀ ਆਉਣੀ ਸੀ। ਤੇ ਫਿਰ ਅਸੀਂ ਪੰਜਾਬੀ ਗਾਇਕੀ ਤੇ ਗਾਇਕਾਂ ਦਾ ਹੁਣ ਕੀ ਬਣੇਗਾ ਵਿਸ਼ੇ ਉੱਤੇ ਬਿਨਾਂ ਚਾਹ ਪੀਤਿਆਂ ਹੀ ਤਬਸਰਾ ਕਰਦੇ ਰਹੇ। ਇੰਜ ਵੇਖਦਿਆਂ ਵੇਖਦਿਆਂ ਚਮਕੀਲਾ ਸਾਡੇ ਹੱਥਾਂ ਵਿੱਚੋਂ ਖਿਸਕ ਗਿਆ। ਵੱਡੇ ਬੁੱਧੀਜੀਵੀ ਤੇ ਲੇਖਕ ਭਾਵੇਂ ਇਹ ਕਹਿਣਗੇ ਕਿ ਅਸ਼ੋਕ ਭੌਰਾ ਆਹ ਕੀ ਲਿਖ ਰਿਹਾ, ਪਰ ਚਿੜੀਆਂ ਦੀ ਮੌਤ ਤੇ ਗਵਾਰ ਹੀ ਹੱਸਦੇ ਹੁੰਦੇ ਹਨ। ਬਹੁਤ ਬਹੁਤ ਧੰਨਵਾਦ ਦੋਸਤੋ।